ਸਾਹਿਬ ਜੀਓ। ਰਾਗ ਸੋਰਠ। ਬਾਣੀ ਭਗਤ ਰਵਿਦਾਸ ਜੀ ਕੀ। ਏਕ ਓੰਕਾਰ ਸਤਿਗੁਰ ਪ੍ਰਸਾਦ। जब हम होते तब तू नाही, अब तू ही मैं नाही। अनल अगम जैसे लहर में उदद, जल केवल जल माही। जब हम होते तब तू नाही, अब तू ही मैं नाही। अनल अगम जैसे लहर में उदद, जल केवल जल माही। माधवे क्या कहिए भ्रम ऐसा, जैसा मानिए होए ना तैसा रहाओ। नरपत एक सिंहासन सोया, सुपने पया भिखारी। अस्त राज बिशरत दुख पाया, सोगत पई हमारी। राज भुयंग प्रसंग जैसे है, अब कछ मर्म जनाया। अनक कटक जैसे फूल परे, अब कहते कहन न आया। सर्बे एक अनेक स्वामी, सब कट भोग वै सोई। कह रविदास हाथ पैने रै, सजे हुए सोई। सर्बे एक अनेक स्वामी, सब गढ़ भोग वै सोई। कह रविदास हाथ पैने रै, सजे हुए सोई। वाहिगुरु जी का खालसा, वाहिगुरु जी की फतेह। चवर छतर तख्त मालिक, अंतरजामी लोक परलोक दे सहाई। ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਹਜ਼ੂਰੀ ਅੰਦਰ ਜੁੜ ਮਿਲ ਬੈਠੇ ਗੁਰੂ ਰੂਪ ਗੁਰੂ ਖਾਲਸਾ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੱਡ ਭਾਗੀ ਹੋ, ਤਨਤਾ ਦੇ ਜੋਗ ਹੋ, ਜੋ ਕਿ ਸਤਿਗੁਰੂ ਦੀ ਅਪਾਰ ਕਿਰਪਾ ਸਦਕਾ ਦੂਰੋਂ ਨੇੜਿਓਂ ਚੱਲ ਕਰਕੇ ਅੰਮ੍ਰਿਤ ਵੇਲੇ ਤੋਂ ਸਤਿਗੁਰੂ ਦੀ ਨਿੱਘੀ ਗੋਦ ਦਾ ਆਨੰਦ ਮਾਣ ਰਹੇ ਹੋ। ਆਓ ਜੋ ਅੱਜ ਦਾ ਪਾਵਨ ਮੁਖਵਾਕ ਸਤਿਗੁਰਾਂ ਨੇ ਬਖਸ਼ਣਾ ਕੀਤਾ ਹੈ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ। ਰਾਗ ਸੋਰਠ ਅੰਦਰ ਜੋ ਸ਼੍ਰੋਮਣੀ ਭਗਤ ਰਵਿਦਾਸ ਜੀ ਦੇ ਮੁਖੋਂ ਉਚਾਰੇ ਹੋਏ ਇਹ ਅੰਮ੍ਰਿਤ ਬੋਲ ਹਨ। ਸਭ ਤੋਂ ਜ਼ਿਆਦਾ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਕਬੀਰ ਸਾਹਿਬ ਜੀ ਦੀ, ਉਸ ਤੋਂ ਬਾਅਦ ਬਾਬਾ ਫਰੀਦ ਸਾਹਿਬ ਜੀ। ਅੱਜ ਦਾ ਜੋ ਪਾਵਨ ਮੁਖਵਾਕ ਹੈ ਉਹ ਭਗਤ ਰਵਿਦਾਸ ਜੀ ਦਾ ਹੈ। ਭਗਤ ਰਵਿਦਾਸ ਜੀ ਅੱਜ ਦੇ ਪਾਵਨ ਮੁਹਕਮਨਾਮੇ ਦੀ ਆਰੰਭਤਾ ਮੰਗਲਾ ਚਰਨ ਤੋਂ ਕਰਦੇ ਹਨ। ਏਕ ਓੰਕਾਰ ਸਤਿਗੁਰ ਪ੍ਰਸਾਦ ਕੇ ਪਰਮੇਸ਼ਰ ਵਾਹਿਗੁਰੂ ਇੱਕ ਹੈ, ਤੇ ਭਾਈ ਗੁਰੂ ਦੀ ਕਿਰਪਾ ਦੇ ਨਾਲ ਉਹਦੀ ਪ੍ਰਾਪਤੀ ਹੁੰਦੀ ਹੈ। ਹਜੂਰ ਬਖਸ਼ਿਸ਼ ਕਰਦੇ ਨੇ ਰਹਾਉ ਦੇ ਬੰਦ ਵਿੱਚ, ਜੈਸਾ ਮਾਧਵੇ ਕਿਆ ਕਹੀਏ ਭ੍ਰਮ ਐਸਾ, ਜੈਸਾ ਮਾਨੀਏ ਹੋਏ ਨਾ ਤੈਸਾ। ਕਿ ਪ੍ਰਮਾਤਮਾ ਵਾਹਿਗੁਰੂ ਜਿਹੜਾ ਹੈ ਗੁਰੂ ਪਿਆਰਿਓ, ਉਹ ਬੇਅੰਤ ਸਤਿਗੁਰੂ ਸੱਚੇ ਪਾਤਸ਼ਾਹ ਸੰਸਾਰਿਕ ਜੀਵਾਂ ਨੂੰ ਦਾਤਾਂ ਵੰਡਦਾ ਹੈ। ਪਰ ਭਗਤ ਰਵਿਦਾਸ ਜੀ ਇੱਥੇ ਕਿਰਪਾ ਕਰਦੇ ਹਨ ਕਿ ਭਾਈ ਜੋ ਅਸੀਂ ਮੰਨੀ ਬੈਠੇ ਹਾਂ ਕਿ ਜਗਤ ਤੇਰੇ ਨਾਲੋਂ ਕੋਈ ਵੱਖਰੀ ਹਸਤੀ ਹੈ, ਭਾਵ ਅਸੀਂ ਸੰਸਾਰ ਨੂੰ ਆਪਣੇ ਤੋਂ ਵੱਖਰਾ ਸਮਝੀ ਬੈਠੇ ਹਾਂ। ਭਗਤ ਰਵਿਦਾਸ ਜੀ ਕਹਿੰਦੇ ਜੈਸਾ ਮਾਨੀਏ ਹੋਏ ਨਾ ਤੈਸਾ, ਭਾਵ ਜਿਸ ਤਰ੍ਹਾਂ ਦਾ ਮਨੁੱਖ ਮੰਨਦਾ ਉਸ ਤਰ੍ਹਾਂ ਦਾ ਇੱਕ ਸੰਸਾਰ ਹੈ ਨੇ। ਕਿਉਂਕਿ ਅਸਾਂ ਜੀਵਾਂ ਨੂੰ ਇੱਕ ਐਸਾ ਭੁਲੇਖਾ ਪਿਆ ਹੋਇਆ ਹੈ ਕਿ ਬਿਆਨ ਕੀਤਾ ਨਹੀਂ ਜਾ ਸਕਦਾ। ਭਗਤ ਰਵਿਦਾਸ ਜੀ ਬਖਸ਼ਿਸ਼ ਕਰਦੇ, ਜਬ ਹਮ ਹੋਤੇ ਤਬ ਤੂ ਨਾਹੀ, ਅਬ ਤੂ ਹੀ ਮੈਂ ਨਾਹੀ। ਅਨਲ ਅਗਮ ਜੈਸੇ ਲਹਿਰ ਮੈਂ ਉਦਦ, ਜਲ ਕੇਵਲ ਜਲ ਮਾਹੀ। ਭਗਤ ਰਵਿਦਾਸ ਜੀ ਕਹਿੰਦੇ ਨੇ ਜਿੰਨਾ ਚਿਰ ਸਾਡੇ ਅੰਦਰ ਹਉਮੈ ਵਰਤਦੀ ਹੈ ਉਨਾ ਚਿਰ ਗੁਰੂ ਪਿਆਰਿਓ ਪਰਮਾਤਮਾ ਪ੍ਰਗਟ ਨਹੀਂ ਹੁੰਦਾ, ਤੇ ਜਦੋਂ ਹਉਮੈ ਦੂਰ ਹੋ ਜਾਂਦੀ ਹੈ ਉਦੋਂ ਪਰਮਾਤਮਾ ਪ੍ਰਗਟ ਹੋ ਜਾਂਦਾ ਹੈ। ਭਗਤ ਰਵਿਦਾਸ ਕਹਿੰਦੇ ਬਸ ਇੰਨਾ ਕੁ ਫਰਕ ਹੈ। ਮਨੁੱਖ ਆਪਣੇ ਅੰਦਰ ਹਉਮੈ ਪੈਦਾ ਕਰਦਾ ਹੈ, ਹਰ ਵੇਲੇ ਮੈਂ ਕੀਤਾ, ਮੈਂ ਕਰਾਇਆ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਪੇਕੇ ਭਾਈ ਜਦੋਂ ਪ੍ਰਮਾਤਮਾ ਵਾਹਿਗੁਰੂ ਪ੍ਰਤੱਖ ਹੋ ਜਾਂਦਾ ਹੈ, ਉਦੋਂ ਸਾਡੇ ਅੰਦਰੋਂ ਹਉਮੈ ਜਿਹੜੀ ਹੈ ਦੂਰ ਹੋ ਜਾਂਦੀ ਹੈ। ਇੱਕ ਉਦਾਹਰਣ ਦੇ ਕੇ ਭਗਤ ਰਵਿਦਾਸ ਜੀ ਕਿਰਪਾ ਕਰਦੇ ਨੇ, ਕਹਿੰਦੇ ਨਰਪਤ ਇੱਕ ਸਿੰਘਾਸਨ ਸੋਇਆ, ਸੁਪਨੇ ਪਿਆ ਭਿਖਾਰੀ, ਅਸ ਰਾਜ ਵਿਸਰਤ ਦੁਖ ਪਾਇਆ, ਸੋ ਗਤ ਪਈ ਹਮਾਰੀ। ਭਗਤ ਰਵਿਦਾਸ ਜੀ ਕਹਿੰਦੇ ਜਿਵੇਂ ਕੋਈ ਰਾਜਾ ਤਖਤ ਉੱਤੇ ਬੈਠ ਕੇ ਸੌ ਜਾਏ ਤੇ ਸੁਪਨੇ ਵਿੱਚ ਮੰਗਤਾ ਬਣ ਜਾਏ, ਰਾਜ ਹੁੰਦਿਆਂ ਵੀ ਗੁਰੂ ਪਿਆਰੇ ਸੁਪਨੇ ਵਿੱਚ ਵਿਛੜ ਕੇ ਦੁਖੀ ਹੁੰਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਇਸ਼ਾਰਾ ਕਰਦੇ ਨੇ ਮਨੁੱਖਾ ਦੇਹੀ ਵੱਲ। ਭਗਤ ਰਵਿਦਾਸ ਕਹਿੰਦੇ ਤਿਵੇਂ ਹੀ ਤੇਥੋਂ ਵਿਛੜ ਕੇ ਸਾਡਾ ਜਿਹੜਾ ਜੀਵਾਂ ਦਾ ਹਾਲ ਹੋ ਰਿਹਾ ਹੈ। ਭਾਈ ਇਹ ਸਚਾਈ ਹੈ, ਅਸੀਂ ਪ੍ਰਮਾਤਮਾ ਤੋਂ ਵਿਛੜ ਕੇ ਦੁਖੀ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਪਾਵਨ ਬਾਣੀ ਵਿੱਚ ਮਨੁੱਖ ਨੂੰ ਗਿਆਨ ਸੋਝੀ ਬਖਸ਼ਿਸ਼ ਕਰਕੇ, ਜੀਵਨ ਜੁਗਤ ਬਖਸ਼ਿਸ਼ ਕਰਕੇ ਕਿਰਪਾ ਕਰਦੇ ਹਨ। ਕਹਿੰਦੇ ਰਾਜ ਭੁਯੰਗ ਪ੍ਰਸੰਗ ਜੈਸੇ ਹੈ, ਅਬ ਕਛ ਮਰਮ ਜਨਾਇਆ, ਅਨਕ ਕਟਕ ਜੈਸੇ ਭੂਲ ਪਰੇ, ਅਬ ਕਹਤੇ ਕਹਿਣ ਨਾ ਆਇਆ। ਜਿਵੇਂ ਗੁਰੂ ਪਿਆਰਿਓ ਕਈ ਵਾਰੀ ਹੁੰਦਾ ਸਾਡੇ ਨਾਲ ਕਿ ਇੱਕ ਰੱਸੀ ਪਈ ਹੋਵੇ, ਰਾਤ ਦਾ ਸਮਾਂ ਹੋਵੇ ਤੇ ਸਾਨੂੰ ਭੁਲੇਖਾ ਹੁੰਦਾ ਸੱਪ ਹੈ। ਭਗਤ ਰਵਿਦਾਸ ਕਹਿੰਦੇ ਇਦਾਂ ਭੁਲੇਖਾ ਮਨੁੱਖ ਨੂੰ ਪੈ ਜਾਂਦਾ। ਕਹਿੰਦੇ ਦ੍ਰਿਸ਼ਟਾਂਤ ਦਿੱਤਾ ਰਾਜ ਭੁਯੰਗ ਪ੍ਰਸੰਗ ਜੈਸੇ ਹੈ, ਅਬ ਕਛ ਮਰਮ ਜਨਾਇਆ। ਜਿਵੇਂ ਰੱਸੀ ਤੇ ਸੱਪ ਦਾ ਦ੍ਰਿਸ਼ਟਾਂਤ ਹੈ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਕਿ ਸੰਸਾਰ ਦੇ ਵਿੱਚ ਬੜੇ ਭੁਲੇਖੇ ਮਨੁੱਖ ਨੂੰ ਪਏ ਹੋਏ ਹਨ। ਕਹਿੰਦੇ ਨੇ ਜਿਵੇਂ ਸੋਨੇ ਤੋਂ ਬਣੇ ਹੋਏ ਅਨੇਕਾਂ ਗਹਿਣੇ ਨੇ। ਅੱਜ ਜਿਵੇਂ ਮਾਤਾਵਾਂ ਭੈਣਾਂ ਬੀਬੀਆਂ, ਜਿਵੇਂ ਇੱਕ ਤੇ ਅਸਲੀ ਸੋਨਾ ਹੈ, ਪਰ ਗੁਰੂ ਪਿਆਰੇ ਇੱਕ ਨਕਲੀ ਸੋਨਾ ਜਿਹੜਾ ਬਣਾਇਆ ਜਾਂਦਾ, ਜਿਹਦੇ ਪਾਸ ਲੱਗਦਾ ਸੋਨੇ ਵਰਗਾ ਹੀ ਹੈ ਪਰ ਅਸਲੀ ਸੋਨਾ ਨਹੀਂ। ਭਗਤ ਰਵਿਦਾਸ ਜੀ ਕਹਿੰਦੇ ਅਨਕ ਕਟਕ ਜੈਸੇ ਭੂਲ ਪਰੇ, ਅਬ ਕਹਤੇ ਕਹਿਣ ਨਾ ਆਇਆ। ਜਿਵੇਂ ਸੋਨੇ ਦੇ ਬਣੇ ਹੋਏ ਅਨੇਕਾਂ ਕੜੇ, ਅਨੇਕਾਂ ਹਾਰ ਜਿਹੜੇ ਨੇ ਭੁਲੇਖਾ ਪੈ ਜਾਂਦਾ ਹੈ। ਸੋਨਾ ਕਈ ਕਿਸਮ ਦਾ ਹੁੰਦਾ ਗੁਰੂ ਪਿਆਰਿਓ। ਸਤਿਗੁਰੂ ਜੀ ਇੱਥੇ ਬਖਸ਼ਿਸ਼ ਕਰਦੇ ਨੇ ਕਿ ਇਸ ਤਰੀਕੇ ਨਾਲ ਮਨੁੱਖ ਨੂੰ ਭੁਲੇਖਾ ਪੈ ਜਾਂਦਾ ਹੈ। ਮਨੁੱਖੀ ਪਦਾਰਥਾਂ ਵਿੱਚ ਗੁਰੂ ਪਿਆਰਿਓ ਇਹਨਾਂ ਗਲਤਾਨ ਹੋ ਜਾਂਦਾ ਕਿ ਪ੍ਰਮਾਤਮਾ ਵਾਹਿਗੁਰੂ ਦੀ ਹਸਤੀ ਨੂੰ ਭੁੱਲ ਜਾਂਦਾ ਹੈ। ਭਗਤ ਰਵਿਦਾਸ ਕਹਿੰਦੇ ਨੇ ਸਰਬੇ ਏਕ ਅਨੇਕੈ ਸੁਆਮੀ, ਸਭ ਕਟ ਭੋਗ ਵੈ ਸੋਈ। ਜਦੋਂ ਹਉਮੈ ਵਰਤਦੀ ਹੈ ਮਨ ਵਿੱਚ ਤੇ ਸਤਿਗੁਰ ਕਹਿੰਦੇ ਫਿਰ ਪ੍ਰਮਾਤਮਾ ਦੀ ਹਸਤੀ ਨੂੰ, ਪ੍ਰਮਾਤਮਾ ਦੀ ਵਡਿਆਈ ਨੂੰ ਭੁੱਲ ਜਾਂਦਾ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਅੰਮ੍ਰਿਤਸਰ ਸਾਹਿਬ ਦੀ ਤਾਂ ਪਾਵਨ ਧਰਤੀ ਤੇ ਬਿਰਾਜੇ ਨੇ। ਭਾਈ ਸੱਤਾ ਤੇ ਭਾਈ ਬਲਵੰਡਾ ਗੁਰੂ ਪਿਆਰਿਓ ਰੋਜ਼ਾਨਾ ਸਤਿਗੁਰੂ ਦੀ ਪਾਵਨ ਬਾਣੀ ਦਾ ਕੀਰਤਨ ਕਰਦੇ ਨੇ। ਪਰ ਮੈਂ ਫਿਰ ਬੇਨਤੀ ਕਰਾਂ, ਜਦੋਂ ਹਉਮੈ ਆਂਦੀ ਹੈ ਮਨੁੱਖ ਖੁਆਰ ਹੋ ਜਾਂਦਾ। ਭਾਈ ਸੱਤਾ ਤੇ ਬਲਵੰਡਾ ਰੋਜ਼ਾਨਾ ਸਤਿਗੁਰੂ ਦੀ ਬਾਣੀ ਦਾ ਕੀਰਤਨ ਕਰਦੇ ਆ। ਸਤਿਗੁਰੂ ਦੀ ਬਾਣੀ ਦਾ ਕੀਰਤਨ ਸੰਗਤ ਨੂੰ ਸਰਵਣ ਕਰਾਉਂਦੇ ਆ। ਗੁਰੂ ਪਿਆਰਿਓ ਇਹਨਾਂ ਦੀ ਭੈਣ ਦਾ ਵਿਆਹ ਨੇੜੇ ਆ ਗਿਆ। ਸਾਨੂੰ ਹਉਮੈ ਨਹੀਂ ਕਰਨੀ ਚਾਹੀਦੀ, ਸੇਵਾ ਕਰਕੇ ਨਾਮ ਜਪ ਕੇ ਕਿਸੇ ਵੀ ਪੱਖੋਂ ਕਿਸੇ ਮਨੁੱਖ ਨੂੰ ਹਉਮੈ ਵਿੱਚ ਨਹੀਂ ਆਉਣਾ ਚਾਹੀਦਾ। ਭਾਈ ਸੱਤਾ ਤੇ ਭਾਈ ਬਲਵੰਡਾ ਕਹਿੰਦੇ ਨੇ ਗੁਰੂ ਅਰਜਨ ਸਾਹਿਬ ਕੋਲ ਗਏ, ਪਾਤਸ਼ਾਹ ਸਾਡੀ ਭੈਣ ਦਾ ਵਿਆਹ, ਕਿਰਪਾ ਕਰਕੇ ਮਾਇਆ ਦਿਓ। ਤੇ ਮਹਾਰਾਜ ਗੁਰੂ ਅਰਜਨ ਸਾਹਿਬ ਅੰਤਰਜਾਮੀ ਪਾਤਸ਼ਾਹ ਕਹਿੰਦੇ ਦੱਸੋ ਕਿੰਨੀ ਕੁ ਚਾਹੀਦੀ ਹੈ। ਮਹਾਰਾਜ ਐਸੇ ਪਿਆਰ ਕਰਦੇ ਨੇ ਸਤਿਗੁਰੂ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪੁੱਛਿਆ ਦੋਨੇ ਰਾਗੀ ਸਿੰਘਾਂ ਨੂੰ, ਰਬਾਬੀਆਂ ਨੂੰ, ਭਾਈ ਕਿੰਨੀ ਕੁ ਮਾਇਆ ਚਾਹੀਦੀ ਹੈ। ਤੇ ਇਹਨਾਂ ਦੋਨਾਂ ਨੇ ਪਹਿਲੇ ਹੀ ਮਨ ਵਿੱਚ ਘਾਟ ਕੱਢੀ ਸੀ, ਜੇ ਮਹਾਰਾਜ ਪੁੱਛਣਗੇ ਤੇ ਗੁਰੂ ਪਿਆਰੋ ਜਿਵੇਂ ਅੱਜ ਕੱਲ ਗੋਲਕ ਰੱਖੀ ਜਾਂਦੀ, ਪਿਛਲੇ ਸਮਿਆਂ ਵਿੱਚ ਗੋਲਕ ਨਹੀਂ ਰੱਖੀ ਜਾਂਦੀ ਸੀ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਨਮੁਖ ਜੋ ਮਾਇਆ ਆਈ ਉਹ ਸ਼ਾਮ ਤੱਕ ਇਕੱਠੀ ਕਰਕੇ ਤੇ ਗੁਰੂ ਕੇ ਲੰਗਰਾਂ ਵਿੱਚ ਲਗਾ ਦਿੱਤੀ, ਲੋੜਵੰਦਾਂ ਨੂੰ ਦੇ ਦਿੱਤੀ। ਕਹਿੰਦੇ ਨੇ ਇਹਨਾਂ ਦੋਨਾਂ ਨੇ ਮਨ ਵਿੱਚ ਪਹਿਲਾਂ ਹੀ ਵਿਚਾਰ ਬਣਾਈ ਹੋਈ ਸੀ, ਜੇ ਮਹਾਰਾਜ ਪੁੱਛਣਗੇ ਤੇ ਦੱਸ ਦੇਵਾਂਗੇ। ਮਹਾਰਾਜ ਗੁਰੂ ਅਰਜਨ ਸਾਹਿਬ ਨੇ ਪੁੱਛਿਆ ਭਾਈ ਕਿੰਨੀ ਕੁ ਮਾਇਆ ਚਾਹੀਦੀ ਹੈ। ਸੱਚੇ ਪਾਤਸ਼ਾਹ ਜੀ ਨੂੰ ਬਚਨ ਕੀਤਾ ਸੱਤਾ ਤੇ ਬਲਵੰਡੇ ਨੇ ਕਿ ਮਹਾਰਾਜ ਕੱਲ ਕੀਰਤਨ ਕਰਾਂਗੇ, ਜੋ ਚੜਾਵੇ ਵਿੱਚ ਆਵੇਗੀ, ਚੜ੍ਹਤ ਆਵੇਗੀ ਕੱਲ ਨੂੰ ਤੁਹਾਡੇ ਕੋਲ, ਉਹ ਸਾਰੀ ਚੜ੍ਹਤ ਸਾਨੂੰ ਦੇ ਦਿਓ। ਮਹਾਰਾਜ ਕਹਿੰਦੇ ਠੀਕ ਹੈ ਭਾਈ। ਅਗਲਾ ਦਿਨ ਚੜ੍ਹਦਾ ਗੁਰੂ ਪਿਆਰਿਓ। ਕਦੇ ਸਾਨੂੰ ਆਪਣੀ ਮਰਜ਼ੀ ਨਹੀਂ ਕਰਨੀ ਚਾਹੀਦੀ, ਬੜਾ ਕੁਝ ਸਿੱਖਣ ਨੂੰ ਮਿਲਦਾ ਇਤਿਹਾਸ ਵਿੱਚੋਂ। ਭਾਈ ਸੱਤੇ ਨੇ ਆਪਣੇ ਵੱਲੋਂ ਕਿਹਾ, ਜੇ ਕਹਿੰਦੇ ਮਹਾਰਾਜ ਮਾਇਆ ਦਿਓ, ਥੋੜ ਨਾ ਆਵੇ, ਕਾਰਜ ਪੂਰੇ ਹੋ ਜਾਣ ਤੇ ਥੋੜ ਨਹੀਂ ਆਉਣੀ ਸੀ। ਪਰ ਆਪਣੀ ਚਲਾਕੀ ਨਾਲ ਮਹਾਰਾਜ ਕੱਲ ਦਾ ਦਿਨ ਹੈ
ਤੇ ਜਿੰਨੀ ਚੜ੍ਹਤ ਤੁਹਾਡੇ ਅੱਗੇ ਆਵੇਗੀ, ਗੁਰੂ ਘਰ ਆਵੇਗੀ, ਸਾਰੀ ਚੜ੍ਹਤ ਦੇ ਦਿਓ। ਮਹਾਰਾਜ ਕਹਿੰਦੇ ਠੀਕ ਹੈ ਭਾਈ, ਕੱਲ ਨੂੰ ਦੇ ਦਿਆਂਗੇ। ਅਗਲਾ ਦਿਨ ਚੜ੍ਹਦਾ ਗੁਰੂ ਪਿਆਰਿਓ, ਐਸਾ ਸਮਾਂ ਆਇਆ, ਕਹਿੰਦੇ ਨੇ ਇਹਨਾਂ ਦਾ ਜਸ ਵੀ ਬੜਾ ਫੈਲਿਆ ਹੋਇਆ ਸੀ ਸੰਗਤ ਵਿੱਚ, ਕਿਉਂਕਿ ਬਹੁਤ ਸੋਹਣਾ ਕੀਰਤਨ ਕਰਦੇ ਆ। ਤੇ ਗੁਰੂ ਪਿਆਰਿਓ ਅਗਲਾ ਦਿਨ ਜਦੋਂ ਚੜਿਆ, ਮੌਸਮ ਖਰਾਬ ਹੋ ਗਿਆ, ਸੰਗਤ ਨਹੀਂ ਆਈ। ਆਖੋ ਸਤਨਾਮ। ਜਿੱਥੇ ਰੋਜ਼ਾਨਾ ਦੀ ਹਜ਼ਾਰਾਂ ਚੜ੍ਹਤ ਚੜ੍ਹਦੀ ਸੀ ਗੁਰੂ ਪਿਆਰਿਓ, ਅੱਜ ਚੜ੍ਹਤ ਜਿਹੜੀ ਹੈ 100 ਰੁਪਏ ਇਤਿਹਾਸਕਾਰਾਂ ਨੇ ਲਿਖੀ ਹੈ ਕਿ ਕੇਵਲ 100 ਰੁਪਏ ਗੁਰੂ ਪਿਆਰਿਓ ਇੱਕ ਸਮੇਂ ਦੀ, ਇੱਕ ਦਿਨ ਦੀ ਜਿਹੜੀ ਚੜ੍ਹਤ ਹੋਈ ਹੈ। ਜਦੋਂ ਚੜ੍ਹਤ 100 ਰੁਪਏ ਦੇ ਕੇ ਇਹਨਾਂ ਨੇ ਮੜਾ ਮਨ ਵਿੱਚ ਗੁੱਸਾ ਕੀਤਾ, ਗੁਰੂ ਅਰਜਨ ਸਾਹਿਬ ਕੋਲ ਆ ਗਏ। ਸੱਚੇ ਪਾਤਸ਼ਾਹ, ਇਸ ਮਾਇਆ ਨਾਲ ਤੇ ਸਾਡਾ ਬਣਨਾ ਕੁਝ ਨਹੀਂ, ਮਾਇਆ ਛੁੱਟ ਦਿੱਤੀ। ਕਵੀ ਰਾਜ ਲਿਖਦੇ ਆ ਮਾਇਆ ਛੁੱਟੀ ਹੈ, ਪਰ ਗੁਰੂ ਅਰਜਨ ਸਾਹਿਬ ਕਹਿੰਦੇ ਗੁਰੂ ਨਾਨਕ ਦਾ ਘਰ ਹੈ, ਇਹ 100 ਰੁਪਏ ਵਿੱਚ ਭਲਾ ਹੋਵੇਗਾ, ਤੁਸੀਂ ਲੈ ਜਾਓ। ਬਚਨ ਤੇ ਮੰਨ ਲਿਆ ਗੁਰੂ ਅਰਜਨ ਸਾਹਿਬ ਦਾ, 100 ਰੁਪਏ ਚੱਕ ਲਏ, 100 ਰਜਤਪਣ ਚੱਕ ਲਏ ਤੇ ਘਰ ਲੈ ਗਏ। ਪਰ ਮਨ ਵਿੱਚ ਹੁਣ ਦ੍ਰਿੜ ਕਰ ਲਿਆ ਕਿ ਅੱਜ ਤੋਂ ਬਾਅਦ ਗੁਰੂ ਸਾਹਿਬ ਦੇ ਸਨਮੁਖ ਕੀਰਤਨ ਨਹੀਂ ਕਰਨਾ, ਦਰਬਾਰ ਵਿੱਚ ਕੀਰਤਨ ਨਹੀਂ ਕਰਨਾ, ਕਿਉਂਕਿ ਮਨ ਹੰਕਾਰੀ ਹੋ ਗਿਆ। ਮਨ ਆ ਗਿਆ ਕਿ ਸਾਡੇ ਕਰਕੇ ਤੇ ਸਤਿਗੁਰੂ ਦੀ ਮਹਿਮਾ ਫੈਲ ਰਹੀ ਹੈ, ਸਾਡੇ ਕਰਕੇ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੁਲ ਸੰਗਤ ਆ ਰਹੀ ਹੈ। ਐਸੇ ਮਨ ਵਿੱਚ ਵਿਚਾਰ ਕਰ ਲਏ ਤੇ ਕੀਰਤਨ ਕਰਨ ਨਹੀਂ ਗਏ। ਗੁਰੂ ਅਰਜਨ ਸਾਹਿਬ ਤੋਂ ਸਦਾ ਹੀ ਬਲਿਹਾਰ ਜਾਇਆ ਕਰੋ ਗੁਰੂ ਪਿਆਰਿਓ। ਗੁਰੂ ਅਰਜਨ ਸਾਹਿਬ ਨੇ ਭਾਈ ਗੁਰਦਾਸ ਜੀ ਨੂੰ ਭੇਜਿਆ ਕਿ ਜਾ ਕੇ ਸੱਤੇ ਤੇ ਬਲਵੰਡੇ ਨੂੰ ਬੁਲਾ ਕੇ ਲਿਆਓ। ਭਾਈ ਸੱਤਾ ਤੇ ਬਲਵੰਡਾ ਆਏ, ਇਹਨਾਂ ਦੇ ਸੱਤੇ ਤੇ ਬਲਵੰਡੇ ਦੇ ਘਰ ਭਾਈ ਗੁਰਦਾਸ ਜੀ ਆਏ। ਕਿਹਾ ਭਾਈ ਚਲੋ, ਗੁਰੂ ਅਰਜਨ ਸਾਹਿਬ ਨੇ ਬੁਲਾਇਆ, ਕੀਰਤਨ ਕਰੋ। ਕਹਿੰਦੇ ਨਹੀਂ, ਕੀਰਤਨ ਨਹੀਂ ਕਰਨਾ। ਇੰਨੇ ਸਮੇਂ ਤੋਂ ਸਾਡੇ ਪੁਰਖੇ ਕੀਰਤਨ ਕਰਦੇ, ਅਸੀਂ ਵੀ ਕੀਰਤਨ ਕਰਦੇ ਆਂ, ਪਰ ਸਾਡਾ ਕੁਝ ਸਵਰਿਆ ਨਹੀਂ, ਸਾਡਾ ਕੁਝ ਕੀਤਾ ਨਹੀਂ। ਵਾਪਸ ਆ ਗਏ ਭਾਈ ਗੁਰਦਾਸ ਜੀ। ਐਸੇ ਸਤਿਗੁਰਾਂ ਤੋਂ ਬਲਿਹਾਰ ਜਾਈਏ, ਗੁਰੂ ਅਰਜਨ ਸਾਹਿਬ ਆਪ ਗਏ ਨੇ। ਆਖੋ ਸਤਨਾਮ। ਸੱਤੇ ਬਲਵੰਡੇ ਦੇ ਘਰ ਗੁਰੂ ਪਿਆਰਿਓ ਗੁਰੂ ਅਰਜਨ ਸਾਹਿਬ ਆਪ ਚਲੇ ਗਏ। ਜਦੋਂ ਸੱਚੇ ਪਾਤਸ਼ਾਹ ਜੀ ਆਪ ਗਏ ਤੇ ਮਹਾਰਾਜ ਕਹਿੰਦੇ ਸਿੱਖੋ, ਰਰਬਾਬੀ ਸਿੰਘੋ, ਚਲੋ ਗੁਰੂ ਘਰ ਦਰਬਾਰ ਸਾਹਿਬ ਚੱਲੋ, ਗੁਰੂ ਰਾਮਦਾਸ ਦੇ ਘਰ ਚੱਲੋ, ਕੀਰਤਨ ਕਰੋ, ਸੰਗਤਾਂ ਉਡੀਕ ਰਹੀਆਂ ਨੇ। ਜੋ ਬਚਨ ਕੀਤੇ ਨੇ ਗੁਰੂ ਪਿਆਰਿਓ, ਤਵਾਰੀਖ ਵਿੱਚ ਆਉਂਦਾ, ਇਹਨਾਂ ਨੇ ਬਚਨ ਕੀਤਾ ਸੱਚੇ ਪਾਤਸ਼ਾਹ ਜੀ, ਜੇ ਅੱਜ ਗੁਰੂ ਨਾਨਕ ਸਾਹਿਬ ਦੀ ਵਡਿਆਈ ਹੈ ਉਹ ਸਾਡੇ ਕਰਕੇ ਹੈ। ਜੇ ਅਸੀਂ ਕੀਰਤਨ ਨਾ ਕਰਦੇ ਤੇ ਗੁਰੂ ਨਾਨਕ ਸਾਹਿਬ ਦਾ ਇੰਨਾ ਜਸ ਨਹੀਂ ਫੈਲਣਾ ਸੀ। ਇਹਨਾਂ ਦੇ ਮਨ ਵਿੱਚ ਹੰਕਾਰ ਆ ਗਿਆ। ਪਹਿਲੀ ਗੱਲ ਕੀਤੀ, ਜੇ ਗੁਰੂ ਨਾਨਕ ਸਾਹਿਬ ਦੀ ਅੱਜ ਗੁਰੂ ਘਰ ਦੀ ਮਹਿਮਾ ਸਾਡੇ ਕਰਕੇ ਆ, ਅਸੀਂ ਕੀਰਤਨ ਕਰਦੇ ਰਹੇ। ਤੇ ਦੂਜੇ ਬਚਨ ਕੀਤਾ, ਜੇ ਹੁਣ ਤੱਕ ਇੰਨੀਆਂ ਸੰਗਤਾਂ ਆ ਰਹੀਆਂ ਨੇ, ਸਾਡੇ ਕਰਕੇ ਆ ਰਹੀਆਂ ਨੇ, ਅਸੀਂ ਇੰਨਾ ਸੋਹਣਾ ਕੀਰਤਨ ਕਰਦੇ ਆ ਤਾਂ ਸੰਗਤਾਂ ਆ ਰਹੀਆਂ ਨੇ। ਤੀਜਾ ਬਚਨ ਕੀਤਾ ਸੱਤੇ ਤੇ ਬਲਵੰਡੇ ਨੇ ਕਿ ਜਿੰਨੀ ਚੜ੍ਹਤ, ਜਿੰਨੀ ਮਾਇਆ ਚੜ੍ਹਦੀ ਹੈ ਗੁਰੂ ਘਰ, ਸਾਡੇ ਕਰਕੇ ਆ ਰਹੀ ਹੈ। ਭਾਵ ਇਹ ਸਾਰਾ ਕੁਝ ਸਾਡੇ ਕਰਕੇ ਹੀ ਹੋ ਰਿਹਾ ਹੈ। ਤੇ ਜਦੋਂ ਐਸੇ ਬਚਨ ਕੀਤੇ, ਗੁਰੂ ਨਾਨਕ ਸਾਹਿਬ ਦੀ ਨਿੰਦਿਆ ਕੀਤੀ ਤੇ ਗੁਰੂ ਅਰਜਨ ਸਾਹਿਬ ਜੀ ਚੁੱਪ ਹੋ ਗਏ। ਤੇ ਮਹਾਰਾਜ ਫਿਰ ਬਚਨ ਕਰਦੇ ਆ ਕਿ ਤੁਸੀਂ ਫਿੱਟੇ ਗਏ ਹੋ। ਇਹ ਬਚਨ ਕਰਕੇ ਗੁਰੂ ਅਰਜਨ ਸਾਹਿਬ ਘਰ ਆ ਗਏ। ਕਵੀ ਰਾਜ ਲਿਖਦੇ ਆ, ਜਦੋਂ ਇਹ ਘਰ ਆ ਗਏ ਗੁਰੂ ਪਿਆਰਿਓ, ਤੇ ਕਹਿੰਦੇ ਜਿੰਨੀ ਕੁ ਮਾਇਆ ਇਹਨਾਂ ਕੋਲ ਇਕੱਠੀ ਸੀ ਖਤਮ ਹੋ ਗਈ। ਅੱਤ ਦੀ ਗਰੀਬੀ ਘਰ ਵਿੱਚ ਆ ਗਈ ਤੇ ਗੁਰੂ ਪਿਆਰਿਓ ਕੋੜ ਦਾ ਰੋਗ ਹੋ ਗਿਆ। ਆਖੋ ਸਤਨਾਮ। ਬਹੁਤ ਜਿਹੜੇ ਨੇ ਹੋਰ ਗੁਰੂ ਕੇ ਸਿੱਖ ਗੁਰੂ ਅਰਜਨ ਸਾਹਿਬ ਕੋਲ ਗਏ, ਮਹਾਰਾਜ ਰਬਾਬੀ ਸਿੰਘ ਬਹੁਤ ਦੁਖੀ ਨੇ, ਸਰੀਰ ਕਰਕੇ ਵੀ ਦੁਖੀ ਨੇ, ਮਾਇਆ ਕਰਕੇ ਵੀ ਦੁਖੀ ਨੇ, ਕੋਈ ਸਾਥ ਨਹੀਂ ਦਿੰਦਾ, ਕਿਉਂਕਿ ਗੁਰੂ ਅਰਜਨ ਸਾਹਿਬ ਦੇ ਫਿਟਕਾਰੇ ਹੋਏ ਨੇ। ਕੋਈ ਵੀ ਨਗਰ ਵਿੱਚ ਗੁਰੂ ਪਿਆਰਿਓ ਸਾਥ ਨਹੀਂ ਦਿੰਦਾ। ਦੇਹੀ ਕਰਕੇ ਦੁਖੀ ਹੈ, ਮਨ ਕਰਕੇ ਦੁਖੀ ਹੈ। ਤੇ ਗੁਰੂ ਅਰਜਨ ਸਾਹਿਬ ਕੋਲ ਸਿੱਖ ਗਏ, ਮਹਾਰਾਜ ਕਿਰਪਾ ਕਰੋ। ਸੱਤੇ ਤੇ ਬਲਵੰਡੇ ਦੀ ਜਦੋਂ ਗੱਲ ਕੀਤੀ, ਮੈਂ ਦੋਨੇ ਪੱਖ ਰੱਖਾਂਗਾ। ਇੱਕ ਗੁਰੂ ਸਾਹਿਬ ਤੋਂ ਗੁਰੂ ਪਿਆਰਿਓ ਮੁਨਕਰ ਹੋ ਕੇ ਜਿਹੜਾ ਸੰਸਾਰ ਤੇ ਜ਼ਿੰਦਗੀ ਜਿੰਦਾ, ਉਹਦੀ ਜ਼ਿੰਦਗੀ ਕਿਵੇਂ ਬਣ ਜਾਂਦੀ ਹੈ। ਇੱਕ ਸਤਿਗੁਰਾਂ ਦੇ ਸਨਮੁਖ ਹੋ ਕੇ ਜਿਹੜਾ ਜਿੰਦਾ, ਉਹ ਮੈਂ ਬਾਅਦ ਵਿੱਚ ਬਚਨ ਕਰਾਂਗਾ। ਪਹਿਲਾ ਬਚਨ ਹੈ ਕਿ ਸਤਿਗੁਰਾਂ ਤੋਂ ਮੁਨਕਰ ਹੋ ਗਏ ਗੁਰੂ ਪਿਆਰਿਓ, ਅਤ ਦੀ ਦੁਖੀ ਹੋ ਗਏ। ਐਸਾ ਸਮਾਂ ਆ ਗਿਆ ਕਿ ਘਰ ਵਿੱਚ ਪ੍ਰਸ਼ਾਦਾ ਤੱਕ ਤਿਆਰ ਨਹੀਂ ਹੁੰਦਾ, ਇੰਨਾ ਕੁ ਰਾਸ਼ਨ ਘਰ ਵਿੱਚ ਨਹੀਂ ਹੈ। ਤੇ ਮਹਾਰਾਜ ਕੋਲ ਸਿੱਖ ਗਏ, ਮਹਾਰਾਜ ਤੁਹਾਡੇ ਰਬਾਬੀ ਸਿੰਘ ਨੇ ਕੀਰਤਨ ਕਰਦੇ ਰਹੇ, ਮਹਾਰਾਜ ਕਿਰਪਾ ਕਰੋ। ਜਦੋਂ ਇਹ ਬਚਨ ਕੀਤੇ ਗੁਰੂ ਅਰਜਨ ਸਾਹਿਬ ਕਹਿੰਦੇ ਜਿਹੜਾ ਉਹਨਾਂ ਦੇ ਬਾਰੇ ਗੱਲ ਕਰੇਗਾ
ਉਹਦਾ ਅਸੀਂ ਮੂੰਹ ਕਾਲਾ ਕਰਕੇ ਖੋਤੇ ਤੇ ਬਿਠਾਵਾਂਗੇ ਤੇ ਸਾਰੇ ਨਗਰ ਵਿੱਚ ਢੋਲ ਵਜਾ ਕੇ ਘੁਮਾਵਾਂਗੇ। ਜਿਹੜਾ ਉਹਨਾਂ ਦੇ ਬਾਰੇ ਗੱਲ ਕਰੇਗਾ, ਕਿਸੇ ਨੇ ਗੱਲ ਨਹੀਂ ਕੀਤੀ। ਵਾਪਸ ਆ ਗਏ ਸਾਰੀਆਂ ਸੰਗਤਾਂ। ਪਰ ਗੁਰੂ ਪਿਆਰਿਓ, ਕੁਝ ਐਸੇ ਸਿੱਖ ਹੋਏ ਨੇ ਜਿਹੜੇ ਆਪਣੇ ਵਾਸਤੇ ਨਹੀਂ, ਸਿੱਖੀ ਵਾਸਤੇ, ਗੁਰੂ ਕੇ ਪਿਆਰਿਆਂ ਵਾਸਤੇ ਜਿਉਂਦੇ ਹਨ। ਮੈਂ ਤੇ ਬਲਹਾਰ ਜਾਂਦਾ ਭਾਈ ਲੱਦਾ ਜੀ ਤੋਂ, ਸਦਾ ਹੀ ਭਾਈ ਲੱਦਾ ਜੀ ਦਾ ਨਾਮ ਚੇਤੇ ਰੱਖਿਆ ਕਰੋ। ਜਦੋਂ ਭਾਈ ਲੱਦਾ ਜੀ ਦਾ ਨਾਮ ਲੈਂਦੇ ਇੱਕ ਵਾਰੀ ਰੋਮ ਕੰਡੇ ਖੜੇ ਹੋ ਜਾਂਦੇ ਗੁਰੂ ਪਿਆਰਿਓ। ਭਾਈ ਲੱਦਾ ਜੀ ਕੋਲ ਖਬਰ ਪਹੁੰਚ ਗਈ, ਗੁਰੂ ਅਰਜਨ ਸਾਹਿਬ ਦੇ ਨਿੰਨ ਸੇਵਕ ਭਾਈ ਸੱਤਾ ਤੇ ਬਲਵੰਡਾ ਬੜੇ ਦੁਖੀ ਨੇ, ਸਰੀਰ ਕਰਕੇ ਵੀ ਦੁਖੀ ਨੇ, ਘਰ ਰੋਟੀ ਨਹੀਂ ਉਹਨਾਂ ਦੇ ਕੋਲ, ਬੜੇ ਦੁਖੀ, ਕੀਰਤਨ ਕਰਦੇ ਸਨ, ਰਿਹਾ ਨਹੀਂ ਗਿਆ ਗੁਰੂ ਪਿਆਰੇ ਸਿੱਖ ਕੋਲੋਂ। ਮੈਂ ਹੈਰਾਨ ਹੁੰਦਾ, ਐਸੀ ਸਿੱਖੀ ਸਾਡੇ ਮਨਾਂ ਵਿੱਚ ਚਾਹੀਦੀ ਹੈ। ਪਹਿਰਾਵੇ ਦੀ ਸਿੱਖੀ ਨਹੀਂ, ਅੱਜ ਬਹੁਤ ਜ਼ਿਆਦਾ ਸਾਡੇ ਤਦਾਦ ਵਿੱਚ ਪਹਿਰਾਵੇ ਦੀ ਸਿੱਖੀ ਰਹਿ ਗਈ। ਭਾਈ ਲੱਦਾ ਜੀ ਨੇ ਸੁਣਿਆ ਹੀ ਸੀ, ਕਹਿੰਦੇ ਦਰਵਾਜ਼ੇ ਤੇ ਆ ਗਏ। ਦਰਵਾਜ਼ੇ ਤੇ ਆ ਕੇ ਭਾਈ ਸੱਤੇ ਤੇ ਬਲਵੰਡੇ ਨੂੰ ਬੁਲਾਇਆ। ਬਹੁਤ ਜ਼ੋਰਾਂ ਨਾਲ ਭੁੱਖ ਲੱਗੀ ਹੈ, ਬੁਲਾਇਆ ਭਾਈ ਸੱਤੇ ਤੇ ਬਲਵੰਡੇ ਨੂੰ, ਪੁੱਛੀ ਗੱਲ ਕੀ ਹੋਈ ਹੈ। ਸਾਰੀ ਗੱਲ ਭਾਈ ਸੱਤੇ ਤੇ ਬਲਵੰਡੇ ਨੇ ਦੱਸੀ, ਸ਼ੁਰੂ ਤੋਂ ਲੈ ਕੇ ਲਾਸਟ ਤੱਕ ਦੱਸੀ, ਇਹ ਕਾਰਨ ਹੋਇਆ। ਤੇ ਗੁਰੂ ਅਰਜਨ ਸਾਹਿਬ ਨੇ ਇਹ ਵੀ ਬਚਨ ਕੀਤੇ ਆ, ਜਿਹੜੇ ਸਾਡੇ ਲਈ ਕੋਈ ਗੱਲ ਕਰੇਗਾ ਉਹਦਾ ਮੂੰਹ ਕਾਲਾ ਕਰਾਂਗੇ, ਸਭ ਕੁਝ ਕਰਾਂਗੇ। ਗੁਰੂ ਪਿਆਰਿਓ, ਬਹੁਤ ਦਿਆਲਤਾ, ਦਿਆਲਤੂ ਭਾਵ ਕਹਿ ਦੀ, ਇੰਨਾ ਦਿਆਲਤਾ ਵਾਲਾ ਹਿਰਦਾ ਭਾਈ ਲੱਦਾ ਜੀ ਦਾ। ਮਨ ਵਿੱਚ ਵਿਚਾਰ ਕਰ ਲਈ ਕਿ ਕੱਲ ਨਹੀਂ, ਹੁਣ ਅਸੀਂ ਅੱਜ ਹੀ ਜਾਣਾ ਗੁਰੂ ਅਰਜਨ ਸਾਹਿਬ ਕੋਲ। ਤੇ ਸੱਤੇ ਤੇ ਬਲਵੰਡੇ ਨੂੰ ਕਿਹਾ, ਤੁਸੀਂ ਏਦਾਂ ਕਰੋ, ਥੋੜੇ ਕੁ ਸਮੇਂ ਬਾਅਦ ਤੁਸੀਂ ਗੁਰੂ ਅਰਜਨ ਸਾਹਿਬ ਕੋਲ ਆ ਜਾਣਾ, ਮੈਂ ਪਹਿਲਾਂ ਚੱਲਦਾ। ਗੁਰੂ ਪਿਆਰਿਓ, ਗੁਰੂ ਕੇ ਸਿੱਖਾਂ ਦਾ ਹਿਰਦਾ, ਕਹਿੰਦੇ ਨੇ ਭਾਈ ਸੱਤੇ ਤੇ ਬਲਵੰਡੇ ਨੇ 2-4 ਨਗਰ ਵਿੱਚੋਂ ਬੰਦੇ ਇਕੱਠੇ ਕੀਤੇ, ਢੋਲ ਵਾਲੇ ਇਕੱਠੇ ਕੀਤੇ, ਘੁਰਤ ਖੋਤਾ ਲਿਆ ਤੇ ਕਹਿੰਦੇ ਆਪੇ ਹੀ ਮੂੰਹ ਕਾਲਾ ਕਰ ਲਿਆ। ਭਾਈ ਲੱਦਾ ਜੀ ਨੇ ਆਪਣਾ ਮੂੰਹ ਆਪੇ ਹੀ ਕਾਲਾ ਕਰ ਲਿਆ, ਆਪੇ ਕਾਲਾ ਕਰਕੇ ਖੋਤੇ ਤੇ ਬੈਠ ਗਏ। ਕਹਿੰਦੇ ਨੇ ਫਿਰ ਜਿਹੜੇ ਢੋਲ ਵਾਲੇ ਸੀ ਉਹਨਾਂ ਨੂੰ ਕਿਹਾ ਵੀ ਢੋਲ ਵਜਾਓ ਤੇ ਸਾਰੇ ਨਗਰ ਵਿੱਚ ਮੈਨੂੰ ਘੁਮਾਓ। ਸਾਰੇ ਨਗਰ ਵਿੱਚ ਭਾਈ ਲੱਦਾ ਜੀ ਨੂੰ ਜਦੋਂ ਘੁਮਾਇਆ ਗੁਰੂ ਰਾਮਦਾਸ ਸਾਹਿਬ ਦੀ ਨਗਰੀ ਵਿੱਚ, ਤੇ ਗੁਰੂ ਪਿਆਰਿਓ, ਗੁਰੂ ਅਰਜਨ ਸਾਹਿਬ ਨੂੰ ਦੱਸ ਦਿੱਤਾ ਜਾ ਕੇ, ਮਹਾਰਾਜ ਢੋਲ ਵੱਜਦਾ ਹੈ, ਸੱਚੇ ਪਾਤਸ਼ਾਹ ਇੱਕ ਸਿੱਖ ਖੋਤੇ ਤੇ ਚੜਿਆ, ਕਾਲਾ ਮੂੰਹ ਕੀਤਾ ਹੋਇਆ ਪਾਤਸ਼ਾਹ ਜੀ ਸਾਰੇ ਨਗਰ ਵਿੱਚ ਫੇਰੀ ਲਾਉਂਦੇ ਆ। ਮਹਾਰਾਜ ਨੂੰ ਤਰਸ ਆ ਗਿਆ। ਗੁਰੂ ਅਰਜਨ ਸਾਹਿਬ ਵੀ ਕਿਹੜਾ ਘੱਟ ਨੇ, ਜਿੱਥੇ ਸਿੱਖ ਇੰਨਾ ਪਿਆਰ ਕਰਦਾ, ਮਹਾਰਾਜ ਵੀ ਬੜਾ ਪਿਆਰ ਕਰਦੇ ਆ। ਮਹਾਰਾਜ ਕਹਿੰਦੇ ਕੌਣ ਹੈ, ਲਿਆਓ। ਗੁਰੂ ਪਿਆਰਿਓ, ਢੋਲ ਬੰਦ ਕਰਵਾ ਦਿੱਤਾ। ਮਹਾਰਾਜ ਕਹਿੰਦੇ ਆਓ, ਅੱਗੇ ਆਓ। ਹੁਣ ਮੂੰਹ ਕਾਲਾ ਸੀ, ਪਛਾਣ ਨਹੀਂ ਪੜ ਰਹੀ ਸੀ ਸੰਗਤ ਨੂੰ ਕੌਣ ਹੈ। ਮਹਾਰਾਜ ਕਹਿੰਦੇ ਕੌਣ ਹੈ ਭਾਈ? ਤੇ ਭਾਈ ਲੱਦਾ ਜੀ ਕਹਿੰਦੇ ਮਹਾਰਾਜ ਤੁਹਾਡੇ ਦਰ ਦਾ ਚਾਕਰ ਹੈ। ਕਹਿੰਦੇ ਕੀ ਕਾਰਨ ਹੈ ਮੂੰਹ ਕਾਲਾ ਕੀਤਾ? ਕੋਥੇ ਤੇ ਬੈਠਿਆ ਢੋਲ ਵਜਾਇਆ ਤੇ ਗੁਰੂ ਅਰਜਨ ਸਾਹਿਬ ਦੇ ਚਰਨਾਂ ਤੇ ਸੀਸ ਰੱਖ ਦਿੱਤਾ। ਭਾਈ ਲੱਦਾ ਜੀ ਨੇ ਕਹਿੰਦਾ ਮਹਾਰਾਜ ਜੋ ਤੁਸੀਂ ਹੁਕਮ ਕੀਤਾ ਉਹੀ ਕੀਤਾ ਹੈ, ਆਪਣੇ ਵੱਲੋਂ ਮੈਂ ਕੁਝ ਨਹੀਂ ਕੀਤਾ। ਸੱਚੇ ਪਾਤਸ਼ਾਹ ਜੋ ਤੁਸੀਂ ਹੁਕਮ ਕੀਤਾ ਹੈ ਨਾ ਮੈਂ ਉਹੀ ਕੀਤਾ, ਆਪਣੇ ਵੱਲੋਂ ਮੈਂ ਕੁਝ ਨਹੀਂ ਕੀਤਾ। ਕਹਿੰਦੇ ਮੈਂ ਕੀ ਕੀਤਾ? ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਬਚਨ ਕੀਤਾ, ਭਾਈ ਲੱਦਾ ਮਹਾਰਾਜ ਤੁਸੀਂ ਕਿਹਾ ਸੀ ਜਿਹੜਾ ਸੱਤੇ ਤੇ ਬਲਵੰਡੇ ਨੂੰ ਬਖਸ਼ਾਵੇਗਾ ਉਹਨੂੰ ਪਹਿਲਾਂ ਸਭ ਕੁਝ ਕਰਨਾ ਪਵੇਗਾ। ਮਹਾਰਾਜ ਮੈਂ ਪਹਿਲਾਂ ਹੀ ਕਰ ਲਿਆ। ਗੁਰੂ ਪਿਆਰਿਓ ਜਦੋਂ ਐਸੇ ਬਚਨ ਕੀਤੇ ਭਾਈ ਲੱਦਾ ਜੀ ਨੂੰ ਗੁਰੂ ਅਰਜਨ ਸਾਹਿਬ ਨੇ ਗਲਵਕੜੀ ਵਿੱਚ ਲੈ ਲਿਆ। ਆਖੋ ਸਤਨਾਮ। ਕਿ ਏਡਾ ਪਰਉਪਕਾਰੀ ਹਿਰਦਾ ਗੁਰੂ ਪਿਆਰਿਓ ਗਲਵਕੜੀ ਵਿੱਚ ਲਿਆ, ਪਿਆਰ ਕੀਤਾ। ਸੱਚੇ ਪਾਤਸ਼ਾਹ ਕਹਿੰਦੇ ਭਾਈ ਲੱਦਾ ਆਉਣ ਵਾਲੇ ਸਮੇਂ ਵਿੱਚ ਤੇਰੀ ਸਾਖੀ ਸੁਣ ਕੇ ਜਿਹੜਾ ਤੇਰੀ ਸਾਖੀ ਨੂੰ ਸੁਣੇਗਾ ਪਿਆਰ ਕਰੇਗਾ, ਕਹਿੰਦੇ ਸਾਡੇ ਘਰ ਦੀ ਉਹਨੂੰ ਖੁਸ਼ੀ ਮਿਲੇਗੀ। ਆਖੋ ਸਤਨਾਮ। ਤੇ ਭਾਈ ਲੱਦਾ ਜੀ ਨੇ ਜਦੋਂ ਇਹ ਬਚਨ ਕੀਤੇ ਮਹਾਰਾਜ ਤੁਹਾਡੇ ਘਰ ਦੇ ਚਾਕਰ ਸੀ, ਰਬਾਬੀ ਸਿੰਘ ਮਹਾਰਾਜ ਬਖਸ਼ ਲਓ। ਮਹਾਰਾਜ ਨੇ ਦੂਜੀ ਗੱਲ ਨਹੀਂ ਕੀਤੀ। ਸੱਚੇ ਪਾਤਸ਼ਾਹ ਕਿਹਾ ਠੀਕ ਹੈ ਬਖਸ਼ ਦਿੱਤਾ। ਹੁਣ ਮੈਂ ਬਚਨ ਕਰਾਂ ਇੱਕ ਹੋਰ। ਜਿੱਥੇ ਮਹਾਰਾਜ ਤੋਂ ਮੁਨਕਰ ਹੋਏ ਸੀ, ਦੁਖੀ ਹੋਏ, ਰੋਗ ਹੋਇਆ ਤੇ ਮਹਾਰਾਜ ਨੇ ਕਿਹਾ ਵੀ ਕੋੜ ਦਾ ਰੋਗ ਹੈ, ਜਿੱਥੇ ਦੁੱਖ ਭੰਜਨੀ ਬੇਰੀ ਹੈ ਨਾ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ। ਗੁਰੂ ਪਿਆਰਿਓ ਮਹਾਰਾਜ ਕੇ ਉੱਥੇ ਜਾ ਕੇ ਇਸ਼ਨਾਨ ਕਰੋ ਤੇ ਮਹਾਰਾਜ ਕੇ ਹੁਣ ਤੁਸੀਂ ਬਾਣੀ ਵੀ ਉਚਾਰੋ। ਆਖੋ ਸਤਨਾਮ। ਦੇਖੋ ਕਿੱਡੀ ਕੁ ਮਹਾਨਤਾ ਸਤਿਗੁਰ ਦੀ। ਜੇ ਕੋਈ ਮੁਨਕਰ ਹੋਇਆ ਤੇ ਦੁਖੀ ਹੋ ਗਿਆ, ਕੋੜ ਦਾ ਰੋਗ ਹੋ ਗਿਆ, ਅੱਜ ਗੁਰੂ ਨਾਨਕ ਦਾ ਘਰ ਦਿਆਲਤਾ ਵਿੱਚ ਆਇਆ। ਮਹਾਰਾਜ ਕਹਿੰਦੇ ਜਾਓ ਦੁੱਖ ਭੰਜਨੀ ਦੇ ਬੇਰੀ ਨੀਚੇ ਇਸ਼ਨਾਨ ਕਰੋ ਤੇ ਬਾਣੀ ਉਚਾਰੋ। ਏਡੀ ਵੱਡੀ ਮਹਾਨਤਾ ਵੀ ਬਖਸ਼ਿਸ਼ ਕਰ ਦਿੱਤੀ।
ਰਾਮਕਲੀ ਦੇ ਰਾਗ ਵਿੱਚ ਕਹਿੰਦੇ ਨੇ ਜਦੋਂ ਇਸ਼ਨਾਨ ਕਰਨ ਗਏ, ਜਿਵੇਂ ਜਿਵੇਂ ਬਾਣੀ ਉਚਾਰਦੇ ਆ, ਸੱਤੇ ਬਲਵੰਡੇ ਦੀ ਵਾਰ ਰਾਮਕਲੀ ਦੇ ਰਾਗ ਵਿੱਚ ਹੈ, ਜਿਵੇਂ ਜਿਵੇਂ ਬਾਣੀ ਉਚਾਰੀ ਨਾਉ ਕਰਤਾ ਕਾਦਰ ਕਰੇ, ਜਿਵੇਂ ਜਿਵੇਂ ਬਾਣੀ ਉਚਾਰਦੇ ਆ, ਜਿਵੇਂ ਜਿਵੇਂ ਪਾਣੀ ਵਿੱਚ ਇਸ਼ਨਾਨ ਕਰਨ ਲੱਗ ਪਏ, ਬਾਣੀ ਉਚਾਰਦੇ ਗਏ, ਕੋੜ ਦਾ ਰੋਗ ਦੂਰ ਹੁੰਦਾ ਗਿਆ। ਗੁਰੂ ਪਿਆਰਿਓ, ਕੋੜ ਦਾ ਰੋਗ ਦੂਰ ਹੋ ਗਿਆ। ਬਾਣੀ ਉਚਾਰ ਦਿੱਤੀ ਭਾਈ ਸੱਤਾ ਤੇ ਬਲਵੰਡਾ ਨੇ, ਉਹ ਬਾਣੀ ਗੁਰੂ ਅਰਜਨ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰ ਦਿੱਤੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਐਸੀਆਂ ਬਖਸ਼ਿਸ਼ਾਂ ਕਰ ਦਿੱਤੀਆਂ, ਭਾਈ ਲੱਦਾ ਜੀ ਸੱਤਾ ਤੇ ਬਲਵੰਡਾ ਜੀ ਨੂੰ ਖੁਸ਼ੀਆਂ ਹੀ ਖੁਸ਼ੀਆਂ ਬਖਸ਼ਿਸ਼ ਕਰ ਦਿੱਤੀਆਂ। ਸਮਾਂ ਹੋ ਚੁੱਕਾ, ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਾਬਤ ਭਾਈ ਸਾਹਿਬ ਜੀ ਭੱਟ ਸਾਹਿਬਾਨ ਬਚਨ ਕਰਦੇ ਆ, ਗੁਰੂ ਅਰਜਨ ਪ੍ਰਤੱਖ ਹਰ। ਕਹਿੰਦੇ ਗੁਰੂ ਅਰਜਨ ਸਾਹਿਬ ਗੁਰੂ ਅਰਜਨ ਨਹੀਂ, ਉਹ ਤੇ ਆਪ ਪਰਮੇਸ਼ਰ ਹਨ। ਸੋ ਭਾਈ ਸਾਡੀ ਭਾਵਨਾ ਗੁਰੂ ਗ੍ਰੰਥ ਸਾਹਿਬ ਤੇ ਬਣ ਜੇ। ਜਿੱਥੇ ਅੱਜ ਭਗਤ ਰਵਿਦਾਸ ਜੀ ਦਾ ਪਾਵਨ ਹੁਕਮਨਾਮਾ ਕਹਿੰਦੇ ਸਰਬੇ ਏਕ ਅਨੇਕੈ ਸੁਆਮੀ, ਸਭ ਕਟ ਭੋਗ ਵੈ ਸੋਈ, ਕਹਿ ਰਵਿਦਾਸ ਹਾਥ ਪੈ ਨੇਰੈ, ਸਹਿਜੇ ਹੋਏ ਸੋ ਹੋਈ। ਕਹਿੰਦੇ ਦੁਨੀਆ ਦੇ ਲੋਕੋ, ਪਰਮਾਤਮਾ ਕਿਤੇ ਦੂਰ ਨਹੀਂ। ਪਰਮਾਤਮਾ ਤਾਂ ਮੇਰੇ ਹੱਥ, ਜਿੰਨਾ ਕਿ ਸਰੀਰ ਨਾਲੋਂ ਮੇਰਾ ਹੱਥ ਦੂਰ ਹੈ, ਉਸ ਤੋਂ ਵੀ ਨੇੜੇ ਮੇਰਾ ਪਰਮਾਤਮਾ ਹੈ। ਸੋ ਗੁਰੂ ਸਾਹਿਬ ਕਿਰਪਾ ਕਰਨ, ਸਾਨੂੰ ਸੋਝੀ ਸੁਮਤ ਗਿਆਨ ਬਖਸ਼ਿਸ਼ ਕਰਕੇ ਨਿਵਾਜਣਾ ਕਰਨ। ਵਿਚਾਰ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਨੇ, ਆਪ ਸਮੂਹ ਸੰਗਤਾਂ ਸੰਗਤ ਬਖਸ਼ਣ ਯੋਗ ਨੇ। ਬਖਸ਼ ਲੈਣਾ ਇੱਕੋ ਹੀ ਅਰਦਾਸ ਹੈ, ਸਤਿਗੁਰੂ ਆਉਣ ਵਾਲੇ ਸਮੇਂ ਵਿੱਚ ਦਾਸ ਨੂੰ ਕਥਾ ਦੀ ਦਾਤ ਬਖਸ਼ਿਸ਼ ਕਰਕੇ ਨਿਵਾਜਣਾ ਕਰੋ। ਦਿਓ ਸੀਸਾਂ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ, ਵਾਹਿਗੁਰੂ ਜੀ ਕੀ